Good morning, students. I hope you all are doing well. Today, I am going to continue our next topic, and in this video, I am going to solve question number 13. In this chapter, we are going to discuss about the new concept and some other elaborations in accounting equation. ਆਪਣੇ ਸਮ ਦੇ ਵਿੱਚ ਕੁਝ ਹੋਰ ਇਲੈਬੋਰੇਸ਼ਨਸ ਨੇ ਜਿਹਦੇ ਵਿੱਚ ਆਪਾਂ ਪ੍ਰੀਪੇਡ ਐਂਡ ਆਊਟਸਟੈਂਡਿੰਗ ਦੀਆਂ ਐਂਟਰੀਜ਼ ਨੂੰ ਕਿਵੇਂ ਰਿਕਾਰਡ ਕਰਨਾ ਹੈ ਉਹਦੇ ਬਾਰੇ ਡਿਸਕਸ਼ਨ ਜਿਹੜੀ ਉਹ ਕੰਪਲੀਟ ਕਰਾਂਗੇ। ਆਪਣੇ ਕੋਲੇ ਫਸਟ ਐਂਟਰੀ ਹੈਗੀ ਆ ਔਰ ਜਿਹੜੀਆਂ ਇਹ ਐਂਟਰੀਜ਼ ਆਪਾਂ ਰਿਕਾਰਡ ਕਰ ਰਹੇ ਹਾਂ ਉਹ ਹੈਗੀਆਂ ਇਨ ਦਾ ਬੁੱਕਸ ਆਫ ਰਾਹੁਲ ਫॉर द ईयर 2019। ਹੁਣ ਆਪਣੇ ਕੋਲੇ ਜਿਹੜਾ ਫਸਟ ਐਂਟਰੀ ਦੇ ਵਿੱਚ ਉਹਨਾਂ ਨੇ ਇਨਫੋਰਮੇਸ਼ਨ ਜੋ ਰਿਕਾਰਡ ਕਰਨ ਨੂੰ ਕਹੀ ਆ ਉਹਦੇ ਵਿੱਚ ਦੱਸਿਆ ਹੈ ਕਿ ਬਿਜ਼ਨਸ ਦੇ ਵਿੱਚ ਉਹਨਾਂ ਨੇ ਵੈਲਿਊ ਜਿਹੜੀ ਆ ਉਹ ਕੈਸ਼ ਦੇ ਵਿੱਚ ਦਿੱਤੀ ਹੈ। ਸਟਾਰਟ ਕੀਤਾ ਬਿਜ਼ਨਸ ਨੂੰ ਔਰ 90,000 ਜਿਹੜਾ ਕੈਸ਼ ਹੈ ਜਿਹੜਾ ਉਹਨਾਂ ਨੇ ਬਿਜ਼ਨਸ ਦੇ ਵਿੱਚ ਦਿੱਤਾ ਹੈ। ਆਪਾਂ ਆਲਰੇਡੀ ਜਿਹੜਾ ਇੱਕ ਸਟੇਟਮੈਂਟ ਆ ਉਹਨੂੰ ਪ੍ਰਪੇਅਰ ਕਰਕੇ ਰੱਖਿਆ ਹੈ ਜਿਹਦੇ ਵਿੱਚ ਜਿੰਨੀਆਂ ਵੀ ਆਪਣੇ ਕੋਲੇ ਐਸੈਟਸ ਦੀਆਂ ਵੈਲਿਊਜ਼ ਆ ਉਹਨਾਂ ਨੂੰ ਲਿਖਿਆ ਹੈ, ਜਿੰਨੀਆਂ ਵੀ ਲਾਇਬਿਲਟੀਜ਼ ਦੀਆਂ ਵੈਲਿਊਜ਼ ਆ ਉਹਨਾਂ ਨੂੰ ਲਿਖਿਆ ਹੈ ਔਰ ਜਿੰਨੀਆਂ ਜੋ ਸਾਡੇ ਕੋਲੇ ਕੈਪੀਟਲ ਆਊਗੀ ਉਹਨੂੰ ਆਪਾਂ ਰਿਕਾਰਡ ਕਰਨਾ ਹੈ। ਸੋ ਫਾਰਮੈਟ ਆਪਣਾ ਬਿਲਕੁਲ ਸੇਮ ਹੀ ਰਹੂਗਾ। ਜੋ ਐਸੈਟਸ ਹੋਣਗੇ ਆਪਾਂ ਉਹਨਾਂ ਨੂੰ ਇਸ ਸਾਈਡ ਦੇ ਵਿੱਚ ਲਿਖਣਾ ਹੈ, ਲਾਇਬਿਲਟੀਜ਼ ਨੂੰ ਇੱਧਰ ਬਿਲਕੁਲ ਉਹਦੇ ਨਾਲ ਇਕੁਅਲ ਟੂ ਲਾਇਬਿਲਟੀਜ਼ ਪਲੱਸ ਪਾ ਕੇ ਅਸੀਂ ਕੈਪੀਟਲ ਜਿਹੜਾ ਰਿਕਾਰਡ ਕਰਨਾ ਹੈ। ਸੋ ਹੁਣ ਆਪਾਂ ਫਸਟ ਐਂਟਰੀ ਨੂੰ ਰਿਕਾਰਡ ਕਰਦੇ ਹਾਂ ਜਿਹਦੇ ਵਿੱਚ ਆਪਾਂ ਨੂੰ ਉਹਨਾਂ ਨੇ ਕਿਹਾ ਹੈ ਕਿ ਸਟਾਰਟਡ ਬਿਜ਼ਨਸ ਵਿਦ ਕੈਸ਼। ਹੁਣ ਬਿਜ਼ਨਸ ਆ ਜਿਹੜਾ ਉਹ ਸਟਾਰਟ ਹੋਇਆ ਵਿਦ ਕੈਸ਼। ਹੁਣ ਆਪਣੇ ਕੋਲੇ ਕੈਸ਼ ਜਿਹੜਾ ਦਿੱਤਾ ਹੈ ਉਹ 90,000 ਦਾ ਕੈਸ਼ ਦਿੱਤਾ ਹੋਇਆ। ਉਸ ਤੋਂ ਇਲਾਵਾ ਸਾਨੂੰ ਹੋਰ ਕੋਈ ਵੀ ਜਿਹੜੀ ਐਂਟਰੀ ਆ ਜਾਂ ਕੋਈ ਵੀ ਵੈਲਿਊ ਜਿਹੜੀ ਉਹ ਹਜੇ ਨਹੀਂ ਦਿੱਤੀ। ਸਟਾਕ ਕੀ ਹੁੰਦਾ ਸਾਡਾ ਐਸਟ ਹੁੰਦਾ ਹੈ ਔਰ ਨਾਲ ਦੀ ਨਾਲ ਇਹ ਜਿਹੜਾ ਪੈਸਾ ਹੁੰਦਾ ਹੈ ਅਸੀਂ ਬਿਜ਼ਨਸ ਦੇ ਵਰਕਿੰਗ ਦੇ ਵਿੱਚ ਯੂਜ਼ ਕਰਦੇ ਹਾਂ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਲਈ। ਤਾਂ ਬਿਜ਼ਨਸ ਦੇ ਵਿੱਚ ਆਏ ਹੋਏ ਕੈਸ਼ ਨੂੰ ਅਸੀਂ ਕੀ ਟਰੀਟ ਕਰਦੇ ਹਾਂ ਵੀ ਉਹ ਸਾਡੀ ਕੈਪੀਟਲ ਦਾ ਪਾਰਟ ਆ। ਕੋਈ ਵੀ ਕੈਸ਼ ਵੈਲਿਊ ਜਾਂ ਪ੍ਰੋਫਿਟ ਆ ਜਿਹੜਾ ਉਹ ਸਾਡਾ ਕਿਹਦਾ ਪਾਰਟ ਹੁੰਦਾ ਹੈ ਬਿਜ਼ਨਸ ਦੀ ਕੈਪੀਟਲ ਦਾ। ਸੋ ਜੋ ਕੈਸ਼ ਸਾਡੇ ਕੋਲੇ ਆਇਆ ਉਹ ਅੱਗੇ ਕਿਸ ਅਕਾਊਂਟ ਦੇ ਵਿੱਚ ਜਾਏਗਾ ਸਾਡੀ ਕੈਪੀਟਲ ਅਕਾਊਂਟ ਦੇ ਵਿੱਚ। ਨੈਕਸਟ ਆਪਣੇ ਕੋਲੇ ਆ ਜਾਏਗਾ ਸੈਕਿੰਡ ਐਂਟਰੀ ਜਿਹਦੇ ਵਿੱਚ ਆਪਾਂ ਦੇਖਣਾ ਹੈ ਕਿ ਉਹਨਾਂ ਨੇ ਬਿਜ਼ਨਸ ਦੇ ਵਿੱਚ ਕੁਝ ਜਿਹੜੇ ਰੈਂਟ ਆ ਉਹ ਪੇ ਕੀਤੇ ਆ। ਰੈਂਟ ਪੇਡ ਇਨ ਐਡਵਾਂਸ 2000। ਹੁਣ ਜੋ ਰੈਂਟ ਉਹਨਾਂ ਨੇ ਪੇਡ ਕੀਤੇ ਆ ਉਹਨਾਂ ਨੂੰ ਆਪਾਂ ਪ੍ਰੀਪੇਡ ਰੈਂਟ ਵੀ ਬੋਲਦੇ ਹਾਂ ਜੋ ਕਿ ਆਪਾਂ ਉੱਪਰ ਕਾਲਮ ਪਹਿਲਾਂ ਹੀ ਬਣਾ ਚੁੱਕੇ ਹਾਂ। ਰੈਂਟ ਪੇਡ ਇਨ ਐਡਵਾਂਸ ਆ ਜਿਹੜਾ ਉਹਨੂੰ ਪ੍ਰੀਪੇਡ ਦੇ ਨਾਲ ਆਪਾਂ ਲਿਖ ਸਕਦੇ ਹਾਂ ਜਾਂ ਸਿੰਪਲੀ ਲਿਖ ਸਕਦੇ ਹਾਂ ਰੈਂਟ ਪੇਡ ਇਨ ਐਡਵਾਂਸ। ਆਪਾਂ ਫੁੱਲ ਐਂਟਰੀ ਜਿਹੜੀ ਆ ਉਵੇਂ ਵੀ ਪਾਵਾਂਗੇ ਜਿਵੇਂ ਆਪਾਂ ਨੂੰ ਕੁਐਸਚਨ ਦੇ ਵਿੱਚ ਦਿੱਤੀ ਹੋਊਗੀ। ਹੁਣ ਜਿਹੜਾ ਰੈਂਟ ਆਪਾਂ ਪੇ ਕੀਤਾ ਹੈ ਕੈਸ਼ ਦਿੱਤਾ ਹੈ ਸੋ 2000 ਦਾ ਜਿਹੜਾ ਇੱਥੇ ਕੈਸ਼ ਆ ਉਹ ਆਪਣੀ ਕੈਸ਼ ਵਾਲੀ ਵੈਲਿਊ ਦੇ ਵਿੱਚੋਂ ਇੱਧਰੋਂ ਮਾਈਨਸ ਹੋ ਜਾਊਗਾ। ਕੈਸ਼ ਦਿੱਤਾ ਤਾਂ ਕੈਸ਼ ਵਾਲੇ ਕਾਲਮ ਦੇ ਵਿੱਚੋਂ ਹੀ ਮਾਈਨਸ ਹੋਣਾ ਹੈ, ਇੱਧਰਲੇ ਕਿਸੇ ਕਾਲਮ ਦੇ ਵਿੱਚ ਉਹਦਾ ਕੋਈ ਟਰੀਟਮੈਂਟ ਨਹੀਂ ਹੋਣਾ। ਰੈਂਟ ਆਪਣੇ ਕੋਲੇ ਆਲਰੇਡੀ ਪ੍ਰੀਪੇਡ ਦਾ ਕਾਲਮ ਬਣਿਆ ਹੈ ਤਾਂ ਅਸੀਂ ਇੱਥੇ 2000 ਦੀ ਵੈਲਿਊ ਪ੍ਰੀਪੇਡ ਵਾਲੇ ਪਾਸੇ ਸ਼ੋਅ ਕਰਾਂਗੇ ਜਸਟ ਬਿਕੋਜ਼ ਅਸੀਂ ਪ੍ਰੀਪੇਡ ਦੀ ਵੈਲਿਊ ਜਿਹੜੀ ਉਹ ਪੇ ਕੀਤੀ ਆ। ਹੋਰ ਕੋਈ ਵੀ ਅਮਾਊਂਟ ਅਸੀਂ ਨਹੀਂ ਪੇ ਕੀਤੀ ਸੋ ਹੋਰ ਕਿਸੇ ਵੀ ਅਮਾਊਂਟ ਦਾ ਇੱਥੇ ਕੋਈ ਜਿਹੜਾ ਰਿਕਾਰਡ ਨਹੀਂ ਆਊਗਾ ਨਾ ਹੀ ਕੈਪੀਟਲ ਵਿੱਚ ਆਊਗਾ। ਹੁਣ ਕੀ ਕਰਨਾ ਜਦੋਂ ਆਪਣੇ ਕੋਲੇ ਦੋ ਚੀਜ਼ਾਂ ਜਿਹੜੀਆਂ ਦੋ ਐਂਟਰੀਆਂ ਇਕੱਠੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਅਸੀਂ ਇਹਨਾਂ ਦੋਨਾਂ ਦਾ ਕੀ ਕਰਨਾ ਹੈ ਟੋਟਲ ਕਰਨਾ ਹੈ ਪਲੱਸ ਮਾਈਨਸ ਕਰਨਾ ਹੈ। ਜਿਵੇਂ ਹੁਣ ਕੈਸ਼ ਦੇ ਵਿੱਚੋਂ ਆਹ ਚੀਜ਼ ਮਾਈਨਸ ਹੋ ਜੂਗੀ ਰੈਂਟ ਹੈ ਇੱਧਰਲੀ ਸਾਈਡ ਜਾ ਕੇ ਨੀਚੇ ਟੋਟਲ ਦੇ ਵਿੱਚ ਆ ਜੂਗਾ। ਜਿਹੜਾ ਉਹ ਟੋਟਲ ਬਣੂਗਾ ਉਹਨੂੰ ਅਸੀਂ ਕੀ ਬੋਲਦੇ ਹਾਂ ਨਿਊ ਇਕੁਏਸ਼ਨ ਨਵੀਂ ਸਮੀਕਰਨ। ਨਵੀਂ ਸਮੀਕਰਨ ਆ ਜਿਹੜੀ ਹੁਣ ਅਸੀਂ ਇੱਥੇ ਕ੍ਰੀਏਟ ਕਰਾਂਗੇ। 88,000 ਸਾਡੇ ਕੋਲੇ ਆਏਗਾ ਕੈਸ਼ ਔਰ ਜੋ ਸਾਡੇ ਕੋਲੇ ਰੈਂਟ ਪ੍ਰੀਪੇਡ ਆ 2000। ਸਟਾਕ ਸਾਡੇ ਕੋਲੇ ਕੋਈ ਵੀ ਨਹੀਂ ਪਹੁੰਚਿਆ ਨਾ ਹੀ ਹਜੇ ਕੋਈ ਇਕਵਿਪਮੈਂਟ ਲਿਆ ਹੈ, ਕ੍ਰੈਡੀਟਰ ਵੀ ਹਜੇ ਕੋਈ ਨਹੀਂ ਹੈ ਅਤੇ ਰੈਂਟ ਆਊਟਸਟੈਂਡਿੰਗ ਵੀ ਕੋਈ ਨਹੀਂ ਹੈ। ਤਾਂ ਕੈਪੀਟਲ ਸਾਡੇ ਕੋਲੇ ਕਿੰਨੀ ਆ ਜਾਊਗੀ 90,000। ਹੁਣ ਇਸ ਤੋਂ ਬਾਅਦ ਸਾਡੀ ਜਿਹੜੀ ਤੀਸਰੀ ਐਂਟਰੀ ਆ ਉਹ ਇੱਥੇ ਰਿਕਾਰਡ ਕਰਾਂਗੇ। ਤੀਸਰੀ ਐਂਟਰੀ ਦੇ ਵਿੱਚ ਆਪਾਂ ਨੂੰ ਉਹਨਾਂ ਨੇ ਕਿਹਾ ਹੋਇਆ ਕਿ ਗੁਡਸ ਜਿਹੜੀਆਂ ਪਰਚੇਜ਼ ਕੀਤੀਆਂ ਗਈਆਂ ਗੁਡਸ ਪਰਚੇਜ਼ਡ ਫॉर ਕੈਸ਼ 25,000 ਦੀਆਂ ਤਾਂ ਕੈਸ਼ ਨਾਲ ਖਰੀਦੀਆਂ ਕ੍ਰੈਡਿਟ 'ਤੇ ਉਹਨਾਂ ਨੇ 10,000 ਦੀਆਂ ਜਿਹੜੀਆਂ ਗੁਡਸ ਆ ਉਹ ਖਰੀਦੀਆਂ। ਸਿੰਪਲੀ ਤੁਸੀਂ ਹੁਣ ਜਿਹੜੀ ਇਕੁਏਸ਼ਨ ਆ ਉਹਦੇ ਵਿੱਚ ਇਹ ਐਂਟਰੀ ਨੂੰ ਕੀ ਆ ਡੀਲ ਕਰੋਗੇ। ਜੋ ਤੁਹਾਡੀ ਆਹ ਨਵੀਂ ਸਮੀਕਰਨ ਇੱਥੇ ਬਣੀ ਆ ਇਹਦੇ ਵਿੱਚ ਹੁਣ ਜਿਹੜੀ ਐਂਟਰੀ ਹੈ ਤੁਸੀਂ ਉਹ ਐਡ ਆ ਮਾਈਨਸ ਕਰੋਗੇ। ਜੋ ਆਪਣੇ ਕੋਲ ਆਹ ਨਵੀਂ ਇਕੁਏਸ਼ਨ ਬਣੀ ਆ ਨਿਊ ਜਿਹੜੀ ਆਪਾਂ ਹੁਣੇ ਕ੍ਰੀਏਟ ਕੀਤੀ ਆ ਇਹਦੇ ਵਿੱਚ ਹੀ ਤੁਸੀਂ ਜਿਹੜੀ ਹੁਣ ਜਿਹੜੀ ਥਰਡ ਐਂਟਰੀ ਆ ਉਹਨੂੰ ਰਿਕਾਰਡ ਕਰਨਾ ਹੈ। ਥਰਡ ਐਂਟਰੀ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਪਰਚੇਜ਼ ਕੀਤੀਆਂ ਗੁਡਸ ਉਹਨਾਂ ਨੇ ਪਰਚੇਜ਼ ਗੁਡਸ
ਸੋ ਸਿੰਪਲੀ ਤੁਸੀਂ ਇੱਥੇ ਐਂਟਰੀ ਪਾਓਗੇ ਪਰਚੇਜ਼ ਗੁੱਡਸ। ਹੁਣ ਆਪਣੇ ਕੋਲੇ ਕਿੰਨੀਆਂ ਦੀਆਂ ਉਹਨਾਂ ਨੇ ਕਿਹਾ ਹੈਗਾ 25,000 ਕੈਸ਼ ਦੀਆਂ। ਜੇ ਉਹਨਾਂ ਨੇ ਕੈਸ਼ ਦੇ ਵਿੱਚੋਂ 25,000 ਦੀਆਂ ਲਈਆਂ ਤਾਂ ਕੈਸ਼ ਇੱਧਰੋਂ 25,000 ਕੀ ਜਾਊਗਾ ਮਾਈਨਸ ਹੋ ਜਾਊਗਾ। ਉਸ ਤੋਂ ਬਾਅਦ ਪ੍ਰੀਪੇਡ ਦਾ ਕੋਈ ਇੱਥੇ ਨਾਮ ਨਹੀਂ ਹੈਗਾ। ਸਟਾਕ ਦਾ ਆਪਣੇ ਕੋਲੇ ਰਿਕਾਰਡ ਜਿਹੜਾ ਜ਼ਰੂਰ ਆਇਆ। ਹੁਣ ਪ੍ਰੀਪੇਡ ਤੋਂ ਬਾਅਦ ਸਟਾਕ ਆਪਣੇ ਕੋਲੇ ਕਿੰਨਾ ਆਇਆ 25,000 ਤਾਂ ਜਿਹੜਾ ਆਪਾਂ ਕੈਸ਼ 'ਚ ਲਿਆਏ ਆਲਰੇਡੀ, ਠੀਕ ਹੈ। ਅਤੇ 10,000 ਉਹਨਾਂ ਨੇ ਕਿਹਾ ਹੈ ਕ੍ਰੈਡਿਟ 'ਤੇ, ਯਾਨੀ ਕਿ ਟੋਟਲ ਜੇ ਦੇਖਿਆ ਜਾਵੇ ਤਾਂ ਸਾਡੇ ਕੋਲੇ ਜਿਹੜਾ ਕੁੱਲ ਸਮਾਨ ਆਇਆ 25 ਦਾ ਅੱਡ ਅਤੇ 10 ਦਾ ਅੱਡ, ਯਾਨੀ ਕਿ ਟੋਟਲ 35,000 ਦਾ ਸਮਾਨ ਆਇਆ ਸਾਡੇ ਕੋਲੇ। 10,000 ਦਾ ਜਿਹੜਾ ਸਾਡੇ ਕੋਲੇ ਉਧਾਰ ਆ ਉਹ ਅਸੀਂ ਕਿਹਨੂੰ ਦੇਣਾ ਹਜੇ ਇਸ ਟਾਈਮ 'ਤੇ ਅਸੀਂ ਦੇਣੇ ਆ ਕ੍ਰੈਡੀਟਰਸ ਨੂੰ, ਯਾਨੀ ਕਿ ਜਿਨ੍ਹਾਂ ਤੋਂ ਅਸੀਂ ਉਧਾਰ ਚੱਕਿਆ ਉਹਨਾਂ ਨੂੰ ਹਜੇ ਅਸੀਂ 10,000 ਦੇਣੇ ਆ। ਜਿਨ੍ਹਾਂ ਨੂੰ ਉਧਾਰ ਦੇਣਾ ਹੈ ਉਹ ਅਮਾਊਂਟ ਇੱਧਰ ਜਾਊਗੀ, ਜਿਹੜੀ ਕ੍ਰੈਡਿਟ ਦੀ ਅਮਾਊਂਟ ਆ ਉਹ ਕ੍ਰੈਡੀਟਰ ਵਾਲੀ ਸਾਈਡ ਜਾਊਗੀ, ਕੈਸ਼ ਮਾਈਨਸ ਹੋ ਜਾਊਗਾ ਇੱਧਰੋਂ, ਟੋਟਲ ਸਟਾਕ ਸਾਡੇ ਕੋਲ ਕੀ ਆ 35,000 ਦਾ ਆ ਜਾਏਗਾ। ਉਸ ਤੋਂ ਇਲਾਵਾ ਹੋਰ ਕਿਸੇ ਕਾਲਮ ਦੇ ਵਿੱਚ ਕੋਈ ਐਂਟਰੀ ਰਿਕਾਰਡ ਨਹੀਂ ਹੋਊਗੀ। ਹੁਣ ਸਾਡੇ ਕੋਲ ਜਿਹੜੀ ਨਿਊ ਇਕੁਏਸ਼ਨ ਬਣੂਗੀ ਉਹ ਇਹਨਾਂ ਦੋ ਐਂਟਰੀਜ਼ ਨੂੰ ਮਿਲਾ ਕੇ ਬਣੂਗੀ। ਹੁਣ ਸਾਡੇ ਕੋਲ 88,000 ਦੇ ਵਿੱਚੋਂ ਜਿਹੜਾ 25 ਆ ਉਹ ਮਾਈਨਸ ਹੋ ਕੇ ਜਿਹੜੀ ਸਾਡੀ ਥਰਡ ਇਕੁਏਸ਼ਨ ਬਣੀ ਆ ਉਹ ਬਣੀ ਆ 63,000, ਯਾਨੀ ਕਿ 63,000 ਸਾਡੇ ਕੋਲ ਕੈਸ਼ ਰਹਿ ਗਿਆ। 2,000 ਸਾਡੇ ਕੋਲ ਜਿਹੜਾ ਪ੍ਰੀਪੇਡ ਦੀ ਵੈਲਿਊ ਆ। ਸਟਾਕ ਸਾਡੇ ਕੋਲ ਆ ਗਿਆ 35,000। ਇਕਵਿਪਮੈਂਟ ਹਜੇ ਕੋਈ ਖਰੀਦਿਆ ਨਹੀਂ ਹੈਗਾ। ਕ੍ਰੈਡੀਟਰ ਸਾਡੇ ਕੋਲ 10,000 ਦੇ ਆ ਔਰ ਰੈਂਟ ਆਊਟਸਟੈਂਡਿੰਗ ਵੀ ਨਹੀਂ ਹੈ ਹਜੇ ਸਾਡੇ ਕੋਲ, ਔਰ ਹਜੇ ਸਾਡੇ ਕੋਲ 90,000 ਆ ਜਿਹੜਾ ਕੈਪੀਟਲ ਬਿਲਕੁਲ ਉਵੇਂ ਹੀ ਆ। ਹੁਣ ਸਾਡੇ ਕੋਲ ਜਿਹੜੀ ਨਿਊ ਇਕੁਏਸ਼ਨ ਬਣੀ ਆ ਹੁਣ ਉਹਦੇ ਵਿੱਚ ਅਸੀਂ ਨੈਕਸਟ ਐਂਟਰੀ ਜਿਹੜੀ ਉਹਨੂੰ ਰਿਕਾਰਡ ਕਰਾਂਗੇ। ਨੈਕਸਟ ਐਂਟਰੀ ਦੇ ਵਿੱਚ ਆਪਣੇ ਕੋਲ ਹੈਗਾ ਹੈ ਸੋਲਡ ਗੁੱਡਸ ਫॉर ਕੈਸ਼। ਹੁਣ ਗੁੱਡਸ ਜਿਹੜੀਆਂ ਸੇਲ ਕੀਤੀਆਂ 20,000 ਦੀਆਂ, ਉਹਨਾਂ ਦਾ ਖਰਚਾ ਕਿੰਨਾ ਬਣਿਆ ਸੀਗਾ 12,000 ਦਾ, ਯਾਨੀ ਕਿ 12,000 ਦੀ ਕੀਮਤ ਦੀਆਂ ਚੀਜ਼ਾਂ ਨੂੰ 20,000 ਦੀ ਕੀਮਤ ਦੇ ਵਿੱਚ ਵੇਚਿਆ ਗਿਆ ਹੈ। ਹੁਣ ਜਿਹੜੀਆਂ 12,000 ਦੀਆਂ ਕੀਮਤ ਵਾਲੀਆਂ ਚੀਜ਼ਾਂ ਨੂੰ ਅਸੀਂ 20,000 ਦੇ ਵਿੱਚ ਵੇਚਿਆ, ਯਾਨੀ ਕਿ ਸਾਨੂੰ ਇੱਧਰੋਂ 8,000 ਦਾ ਕੀ ਹੋਇਆ ਪ੍ਰੋਫਿਟ ਹੋਇਆ। ਚੀਜ਼ਾਂ 12,000 ਦੀਆਂ ਸੀ, ਵੇਚ ਅਸੀਂ 20 ਦੇ ਵਿੱਚ ਦਿੱਤਾ, 8,000 ਜੋ ਬਣਿਆ ਉਹ ਸਾਡਾ ਪ੍ਰੋਫਿਟ ਆ। ਸੋ ਹੁਣ ਅਸੀਂ ਜਿਹੜਾ ਪ੍ਰੋਫਿਟ ਹੋਏਗਾ ਉਹ ਸਾਡਾ ਕੀ ਆ ਇੱਕ ਬਿਜ਼ਨਸ ਦਾ ਇੱਕ ਪ੍ਰੋਫਿਟ ਆ। ਬਿਜ਼ਨਸ ਦੇ ਪ੍ਰੋਫਿਟ ਔਰ ਲੋਸ ਨੂੰ ਅਸੀਂ ਡੀਲ ਕਰਨਾ ਹੈ ਸਾਡੇ ਕੈਪੀਟਲ ਅਕਾਊਂਟ ਦੇ ਵਿੱਚ। ਜੋ ਬਿਜ਼ਨਸ ਦੇ ਵਿੱਚ ਪ੍ਰੋਫਿਟ ਆਇਆ ਇੱਕ ਵਾਰੀ ਤਾਂ ਸਾਡੇ ਕੋਲ ਲਿਖਿਆ ਜਾਊਗਾ ਵੀ ਹਾਂ ਸਾਨੂੰ ਇੰਨਾ ਜਿਹੜੀ ਇਨਕਮ ਆ ਜਿਹੜੀ ਉਹ ਆਈ ਆ, ਔਰ ਉਹ ਇਨਕਮ ਦਾ ਜਿਹੜਾ ਡਿਫਰੈਂਸ ਆਏਗਾ ਉਹ ਸਾਡਾ ਪ੍ਰੋਫਿਟ ਦਾ ਪਾਰਟ ਕੈਪੀਟਲ ਵਿੱਚ ਰਿਕਾਰਡ ਹੋਏਗਾ। ਦੇਖੋ ਫਸਟਲੀ ਆਪਾਂ ਐਂਟਰੀ ਨੂੰ ਰਿਕਾਰਡ ਕਰਦੇ ਹਾਂ। ਤੁਸੀਂ ਇੱਥੇ ਲਿਖੋਗੇ ਸੋਲਡ ਗੁੱਡਸ ਫॉर ਕੈਸ਼, ਠੀਕ ਹੈ। ਕਿੰਨੇ ਦੀਆਂ ਗੁੱਡਸ ਆਪਾਂ ਸੇਲ ਕੀਤੀਆਂ 20,000 ਦੀਆਂ। ਕੈਸ਼ ਆਇਆ 20,000 ਦਾ, ਉਹਨੂੰ ਆਪਾਂ ਉਵੇਂ ਲਿਖ ਲਾਂਗੇ। ਹਜੇ ਪ੍ਰੀਪੇਡ ਦੀ ਕੋਈ ਜਾਣਕਾਰੀ ਨਹੀਂ ਹੈ। ਹਾਂ ਸਟਾਕ ਦੀ ਜਾਣਕਾਰੀ ਜ਼ਰੂਰ ਆ। ਇੱਥੇ ਉਹਨਾਂ ਨੇ ਆਪਾਂ ਨੂੰ ਕਿਹਾ ਹੈਗਾ ਵੀ ਗੁੱਡਸ ਕੋਸਟਿੰਗ, ਕਿ ਗੁੱਡਸ ਦਾ ਜਿਹੜਾ ਖਰਚਾ ਸੀਗਾ ਸਟਾਕ ਸੀਗਾ ਜਿਹੜਾ ਉਹ ਕਿੰਨੇ ਦਾ ਸੀਗਾ 12,000 ਦਾ ਸੀਗਾ, ਯਾਨੀ ਕਿ ਸਾਡੇ ਕੋਲ 12,000 ਦਾ ਜਿਹੜਾ ਸਮਾਨ ਆ ਉਹ ਗਿਆ ਏ। 12,000 ਦਾ ਸਮਾਨ ਗਿਆ, 20,000 ਉਹਦੇ ਬਦਲੇ ਵਿੱਚ ਪੈਸੇ ਸਾਡੇ ਕੋਲ ਆ ਗਏ। 20 ਅਤੇ 12 ਦਾ ਜਿਹੜਾ ਹੁਣ ਇਹ ਡਿਫਰੈਂਸ 8,000 ਸਾਡੇ ਕੋਲ ਬਚਿਆ, ਉਹ ਅਸੀਂ ਕਿੱਦਾਂ ਰਿਕਾਰਡ ਕਰਾਂਗੇ ਸਾਡੀ ਕੈਪੀਟਲ ਦੇ ਵਿੱਚ। ਕੈਪੀਟਲ ਦੇ ਵਿੱਚ ਜਿਹੜੀ ਇਹ 8,000 ਦੀ ਵੈਲਿਊ ਆ ਉਹ ਕੀ ਹੋ ਜਾਏਗੀ ਪਲੱਸ ਹੋ ਜਾਏਗੀ। ਦੁਬਾਰਾ ਦੇਖ ਲਓ ਐਂਟਰੀ ਜਿਹਦੇ ਵਿੱਚ ਆਪਾਂ 20,000 ਕੈਸ਼ ਮਿਲਿਆ ਉਹਨੂੰ ਅਸੀਂ ਰਿਕਾਰਡ ਕੀਤਾ ਐਜ਼ ਆ ਕੈਸ਼ ਜਿਹੜੀ ਇਨਕਮ ਆ ਜੋ ਸਾਡੇ ਕੋਲ ਕੈਸ਼ ਕਾਲਮ ਸੀ ਉਹਦੇ ਵਿੱਚ ਆਪਾਂ ਜੋੜਤਾ 20,000 ਸੇਲ ਕਰਨ ਤੋਂ ਬਾਅਦ। ਫਿਰ ਸਾਡੇ ਕੋਲ ਬਚਿਆ ਜਿਹੜਾ ਸਟਾਕ ਦਾ ਕਾਲਮ। ਸਟਾਕ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਦੱਸਿਆ ਸੀਗਾ ਵੀ ਕੋਸਟ ਸੀਗੀ ਜਿਹੜੀਆਂ ਚੀਜ਼ਾਂ ਵੇਚੀਆਂ ਗਈਆਂ ਉਹਨਾਂ ਦੀ ਕੀਮਤ ਸੀਗੀ 12,000। 12,000 ਨੂੰ ਸਟਾਕ ਦੇ ਕਾਲਮ ਦੇ ਵਿੱਚ ਪਾ ਕੇ ਜਿਹੜਾ ਸਾਡੇ ਕੋਲ ਪ੍ਰੋਫਿਟ ਬਚਿਆ ਉਹ ਅਸੀਂ ਕਿੱਧਰ ਪਾਉਣਾ ਹੈ ਕੈਪੀਟਲ ਦੇ ਕਾਲਮ ਦੇ ਵਿੱਚ ਪਾਉਣਾ ਹੈ। ਹੁਣ ਫਿਰ ਅਸੀਂ ਇਹਨਾਂ ਦੋਨਾਂ ਦਾ ਟੋਟਲ ਕਰਾਂਗੇ। ਨਿਊ ਇਕੁਏਸ਼ਨ ਸਾਡੇ ਕੋਲ ਜਿਹੜੀ ਆਊਗੀ ਉਹ ਆਏਗੀ 83,000 ਪਲੱਸ 2,000 ਔਰ 35,000 ਸਾਡੇ ਕੋਲ ਸਟਾਕ ਦਾ ਪਹਿਲਾਂ ਸੀਗਾ ਔਰ 12 ਇਹਦੇ ਵਿੱਚੋਂ ਗਿਆ ਜੋ ਸੇਲ ਹੋਣ ਦੇ ਲਈ ਭੇਜਿਆ ਸਮਾਨ 12,000 ਦੀ ਕੀਮਤ ਦਾ, ਉਹ ਮਾਈਨਸ ਹੋ ਕੇ ਹੁਣ ਕਿੰਨਾ ਬਚਿਆ ਸਟਾਕ ਸਾਡੇ ਕੋਲ 23,000 ਪਲੱਸ ਹੋਰ ਸਾਡੇ ਕੋਲ ਇਕਵਿਪਮੈਂਟ ਹਜੇ ਕੋਈ ਆਇਆ ਨਹੀਂ। ਕ੍ਰੈਡੀਟਰ ਹਜੇ ਵੀ ਸਾਡੇ ਕੋਲ ਉਵੇਂ ਪਏ ਆ, ਉਧਾਰੀ ਹਜੇ ਅਸੀਂ ਕਿਸੇ ਵੀ ਪਰਸਨ ਦੀ ਚੁਕਾਈ ਨਹੀਂ ਆ ਅਤੇ ਇੱਧਰ ਆ ਜਾਊਗਾ 98,000। ਹੁਣ ਸਾਡੇ ਕੋਲ ਨੈਕਸਟ ਜਿਹੜੀ ਐਂਟਰੀ ਆ ਉਹ ਐਂਟਰੀ ਹੈਗੀ ਸਾਡੇ ਕੋਲ ਰੈਂਟ ਪੇਡ 5,000 ਐਂਡ ਰੈਂਟ ਆਊਟਸਟੈਂਡਿੰਗ 1,000।
ਜਿਹੜਾ ਤਾਂ ਰੈਂਟ ਪੇ ਕੀਤਾ ਉਹ ਤਾਂ ਹੈਗਾ 5000 ਦਾ ਨੋਰਮਲ ਰੈਂਟ ਜਿਹੜਾ ਪੇ ਕੀਤਾ ਗਿਆ, ਪਰ ਜਿਹੜਾ ਆਊਟਸਟੈਂਡਿੰਗ ਆ ਉਹ ਕਿੰਨਾ ਹੈਗਾ ਏ 1000। ਰੈਂਟ ਕੀ ਹੈ ਸਾਡੇ ਕੋਲ, ਇਹ ਬਿਜ਼ਨਸ ਦੇ ਖਰਚੇ ਆ, ਨਾ ਹੀ ਇਹ ਕੈਸ਼ ਦੇ ਵਿੱਚ ਖਰਚੇ ਦੇਖੇ ਜਾ ਸਕਦੇ ਆ। ਨਾਰਮਲੀ ਅਸੀਂ ਕਹਿ ਸਕਦੇ ਹਾਂ ਵੀ ਕੈਸ਼ ਦੇ ਵਿੱਚ ਪੇਮੈਂਟ ਤਾਂ ਜਾਊਗੀ, ਪਰ ਇਹ ਸਾਰੇ ਖਰਚੇ ਕਿਹਦੇ ਲਈ ਕੀਤੇ ਗਏ ਆ, ਬਿਜ਼ਨਸ ਦੇ ਲਈ ਕੀਤੇ ਗਏ ਆ, ਕਿਸੇ ਵੀ ਕੰਮ ਦੇ ਲਈ ਜਾਂ ਬਿਜ਼ਨਸ ਦੀ ਜਿਹੜੇ ਕੰਮ ਉਹਦੇ ਲਈ ਕੀਤੇ ਗਏ ਆ। ਜਿਹੜੇ ਐਵੇਂ ਦੇ ਖਰਚੇ ਹੋਣਗੇ, ਰੈਂਟ ਹੋ ਗਏ ਜਾਂ ਜਿਵੇਂ ਇੱਦਾਂ ਦੇ ਕਮਿਸ਼ਨ ਹੋ ਗਏ ਜਾਂ ਇਹ ਸਾਰੀਆਂ ਚੀਜ਼ਾਂ ਜਾਂ ਕਿਸੇ ਦੀ ਪਰਸਨਲ ਜਿਹੜੀ ਯੂਜ਼ਸ ਆ, ਉਹ ਸਾਰੇ ਸਾਡੇ ਡਰਾਇੰਗ ਜਿਹੜੇ ਕੈਪੀਟਲ ਦੇ ਖਰਚੇ ਹੁੰਦੇ ਆ, ਤਾਂ ਇਹਨਾਂ ਸਾਰਿਆਂ ਨੂੰ ਅਸੀਂ ਕੈਪੀਟਲ ਦੇ ਵਿੱਚੋਂ ਹੀ ਮਾਈਨਸ ਕਰਦੇ ਹਾਂ। ਜੇ ਤਾਂ ਆਊਟਸਟੈਂਡਿੰਗ ਆ ਤਾਂ ਅਸੀਂ ਸਾਰੇ ਮਾਈਨਸ ਕਰਨੇ ਆ, ਜੇ ਪ੍ਰੀਪੇਡ ਆ ਤਾਂ ਉਹ ਅਸੀਂ ਜੋੜ ਦਾਂਗੇ। ਹੁਣ ਇੱਥੇ ਆਪਾਂ ਰੈਂਟ ਪੇ ਕੀਤਾ ਹੈ, ਪਹਿਲਾਂ ਤਾਂ ਅਸੀਂ ਓਬਵੀਅਸ ਆ ਰੈਂਟ ਪੇਡ ਦੀ ਐਂਟਰੀ ਹੈ ਜਿਹੜੀ ਉਹ ਕੈਸ਼ ਵਿੱਚੋਂ ਪਾਵਾਂਗੇ, ਜਿੰਨਾ ਕੈਸ਼ ਦੇ ਵਿੱਚੋਂ ਮਾਈਨਸ ਹੋਇਆ, ਕਿਉਂਕਿ ਰੈਂਟ ਉਹਨਾਂ ਨੇ ਪੇ ਕੀਤਾ ਕੈਸ਼ ਦੇ ਵਿੱਚੋਂ ਪੇ ਕੀਤਾ। ਹੁਣ ਇਹ ਧਿਆਨ ਰੱਖਿਓ ਕਿ ਪ੍ਰੀਪੇਡ ਦੇ ਵਿੱਚ ਕੁਛ ਵੀ ਮਾਈਨਸ ਪਲੱਸ ਨਹੀਂ ਕਰਨਾ, ਪ੍ਰੀਪੇਡ ਅਲੱਗ ਐਂਟਰੀ ਹੈ, ਕੱਲਾ ਰੈਂਟ ਪੇ ਹੋਇਆ, ਇੱਥੇ ਕੱਲਾ ਰੈਂਟ ਪੇ ਹੋਇਆ ਤਾਂ ਤੁਸੀਂ ਇੱਥੇ ਕੱਲਾ 5000 ਆ ਜਿਹੜਾ ਉਹ ਸਾਡੇ ਕੈਸ਼ ਦੇ ਕਾਲਮ ਦੇ ਵਿੱਚੋਂ ਮਾਈਨਸ ਕਰਨਾ ਹੈ। ਹੁਣ ਬਾਕੀ ਆਹ ਵਾਲਾ ਕਾਲਮ ਜਿਹੜਾ ਕੀ ਰਹੂਗਾ, ਬਲੈਂਕ ਰਹੂਗਾ, ਬਿਲਕੁਲ ਖਾਲੀ ਰਹੂਗਾ। ਪਰ ਇਸ ਤੋਂ ਬਾਅਦ ਉਹਨਾਂ ਨੇ ਆਪਾਂ ਨੂੰ ਇੱਕ ਹੋਰ ਐਂਟਰੀ ਦੇ ਵਿੱਚ ਕਿਹਾ, ਇਹਦੇ ਨਾਲ ਹੀ ਦੱਸਿਆ ਵਾ ਵੀ ਆਊਟਸਟੈਂਡਿੰਗ ਵੀ ਹੈਗਾ। ਅਸੀਂ ਆਊਟਸਟੈਂਡਿੰਗ ਦਾ ਵੀ ਅਕਾਊਂਟ ਆਲਰੇਡੀ ਇੱਥੇ ਬਣਾ ਚੁੱਕੇ ਹਾਂ, ਜੋ ਕਿ ਸਾਡੀ ਲਾਇਬਿਲਟੀ ਆ, ਦੇਣਦਾਰੀ ਆ, ਮਤਲਬ ਕਿ ਅਸੀਂ ਉਹ ਹਜੇ ਦੇਣੇ ਆ, ਆਊਟਸਟੈਂਡਿੰਗ ਖੜੇ ਆ, ਬਕਾਇਆ। ਹੁਣ ਇਹ ਆਊਟਸਟੈਂਡਿੰਗ ਦਾ ਜਿਹੜਾ ਖਰਚਾ ਹੈ ਉਹਨੂੰ ਤੁਸੀਂ ਆਊਟਸਟੈਂਡਿੰਗ ਵਾਲੇ ਕਾਲਮ ਦੇ ਵਿੱਚ ਵੀ ਰਿਕਾਰਡ ਕਰ ਦੋਗੇ। ਦੋਨੋਂ ਜਗ੍ਹਾ ਐਂਟਰੀ ਰਿਕਾਰਡ ਹੋਗੀ, 5000 ਅਲੱਗ ਹੋ ਗਈ, 1000 ਅਲੱਗ ਹੋ ਗਈ। ਹੁਣ ਇਹਨਾਂ ਦੋਨਾਂ ਐਂਟਰੀਆਂ ਦਾ ਜਿਹੜਾ ਟੋਟਲ ਹੋਊਗਾ 5+1, ਯਾਨੀ ਕਿ ਦੋਨੋਂ ਰੈਂਟ ਆ ਜਿਹੜੇ ਉਹ ਕਿੱਧਰੋਂ ਮਾਈਨਸ ਹੋ ਜਾਣਗੇ, ਸਾਡੇ ਕੈਪੀਟਲ ਅਕਾਊਂਟ ਦੇ ਵਿੱਚੋਂ, ਕਿਉਂਕਿ ਇਹ ਦੋਨੋਂ ਹੀ ਬਿਜ਼ਨਸ ਦੇ ਖਰਚੇ ਆ, ਤਾਂ ਇਹ ਦੋਨੋਂ 1000 + 5000 ਮਾਈਨਸ ਹੋ ਜਾਣਗੇ ਸਾਡੇ ਕੈਪੀਟਲ ਦੇ ਵਿੱਚੋਂ। ਟੋਟਲ 6000 ਜਿਹੜਾ ਕੈਪੀਟਲ ਦੇ ਵਿੱਚੋਂ ਮਾਈਨਸ ਹੋਊਗਾ। ਹੁਣ ਇਹਨੂੰ ਜਦੋਂ ਅਸੀਂ ਡੀਲ ਆਊਟ ਕਰਾਂਗੇ, ਜਦੋਂ ਪਲੱਸ ਮਾਈਨਸ ਕਰਾਂਗੇ, ਤਾਂ ਹੁਣ ਸਾਡੀ ਨਿਊ ਇਕੁਏਸ਼ਨ ਆ ਜਿਹੜੀ ਉਹ ਚੇਂਜ ਆ ਜਾਏਗੀ, ਮਾਈਨਸ ਹੋ ਜਾਊਗਾ 5000। 83 ਦੇ ਵਿੱਚੋਂ 5 ਮਾਈਨਸ ਗਿਆ, 78000 ਰਹਿ ਜਾਏਗਾ। 2000 ਆਲਰੇਡੀ ਜੋ ਆਪਣੇ ਕੋਲੇ ਚੱਲ ਰਿਹਾ, 23000 ਸੇਮ ਜਿਹੜਾ ਸੇਮ ਉਹਨੂੰ ਐਜ਼ ਇਟ ਇਜ਼ ਤੁਸੀਂ ਲਿਖੋਗੇ। ਇਕਵਿਪਮੈਂਟ ਹਜੇ ਕੋਈ ਨਹੀਂ ਆਇਆ, ਕ੍ਰੈਡੀਟਰ 10000 ਦੇ, ਔਰ ਹੁਣ ਸਾਡੇ ਕੋਲੇ ਆਊਟਸਟੈਂਡਿੰਗ ਦੀ ਕੀਮਤ ਆ ਜਿਹੜੀ ਉਹ 1000 ਆ ਗਈ ਹੈ। 98 ਦੇ ਵਿੱਚੋਂ ਆਪਾਂ 6000 ਮਾਈਨਸ ਕਰਾਂਗੇ ਤਾਂ 92000 ਜਿਹੜਾ ਸਾਡੇ ਕੋਲੇ ਉਹ ਇੱਥੇ ਆ ਜਾਊਗਾ। ਹੁਣ ਇਸ ਤੋਂ ਬਾਅਦ ਸਾਡੇ ਕੋਲੇ ਨੈਕਸਟ ਹੈਗੀ ਹੈ ਜਿਹੜੀ ਐਂਟਰੀ, ਜਿਹਦੇ ਵਿੱਚ ਉਹਨਾਂ ਨੇ ਕੋਈ ਸਾਈਕਲ ਹੈ ਜਿਹੜੀ, ਮੋਟਰਸਾਈਕਲ ਹੈ ਜਿਹੜੀ ਖਰੀਦੀ ਹੈ, ਪਰਸਨਲ ਯੂਜ਼ ਦੇ ਲਈ ਹੈ, ਯਾਨੀ ਕਿ ਇਹ ਖੁਦ ਦੇ ਖਰਚੇ ਆ ਪਰਸਨ ਦੇ, ਨਾ ਕਿ ਬਿਜ਼ਨਸ ਦੇ। ਪਰਸਨਲ ਯੂਜ਼ ਯਾਨੀ ਕਿ ਡਰਾਇੰਗ ਦੇ ਖਰਚੇ, ਤਾਂ ਇਹਨੂੰ ਵੀ ਆਪਾਂ ਰਿਕਾਰਡ ਕਰਾਂਗੇ। ਪਹਿਲੀ ਗੱਲ ਤਾਂ ਉਹਨਾਂ ਨੇ ਜੋ ਖਰੀਦਿਆ ਹੈ ਉਹ ਕੈਸ਼ ਦੇ ਵਿੱਚ ਖਰੀਦਿਆ, ਤਾਂ ਤੁਸੀਂ ਲਿਖੋਗੇ ਮੋਟਰਸਾਈਕਲ ਬੌਟ ਜਾਂ ਪਰਚੇਜ਼ਡ। ਕਿੰਨੀ ਦੀ ਲਈ ਉਹਨਾਂ ਨੇ, 40000 ਦੀ ਲਈ ਆ। ਪੈਸੇ ਜਿਹੜੇ ਉਹ 40000 ਆ ਜਿਹੜੇ ਉਹ ਕੈਸ਼ ਵਾਲੇ ਕਾਲਮ ਦੇ ਵਿੱਚੋਂ ਮਾਈਨਸ ਹੋ ਜਾਣਗੇ। ਹੋਰ ਇੱਥੇ ਨਾ ਹੀ ਪ੍ਰੀਪੇਡ ਦੇ ਨਾਲ ਕੋਈ ਇਸ ਵੈਲਿਊ ਦਾ ਲੈਣਾ ਦੇਣਾ ਹੈ, ਨਾ ਹੀ ਕੋਈ ਸਟਾਕ ਦੇ ਨਾਲ ਜੁੜੀ ਹੋਈ ਵੈਲਿਊ ਹੈ, ਨਾ ਇਕਵਿਪਮੈਂਟ ਦੇ ਨਾਲ ਜੁੜੀ ਹੋਈ, ਜਿਵੇਂ ਆਪਾਂ ਗੱਲ ਕਰ ਸਕਦੇ ਹਾਂ। ਬਟ ਇਕਵਿਪਮੈਂਟ ਆ ਜਿਹੜਾ ਉਹ ਬਿਜ਼ਨਸ ਦੇ ਲਈ ਨਹੀਂ ਆਇਆ, ਸਾਧਨ ਜ਼ਰੂਰ ਆ ਪਰ ਇਹ ਬਿਜ਼ਨਸ ਦਾ ਸਾਧਨ ਨਹੀਂ ਹੈ। ਇਹ ਬਿਜ਼ਨਸ ਦਾ ਹੁੰਦਾ ਤਾਂ ਅਸੀਂ ਇਕਵਿਪਮੈਂਟ ਵਿੱਚ ਲਿਖ ਸਕਦੇ ਸੀ, ਬਟ ਕੀ ਆ, ਇਹ ਆਪਦੇ ਪਰਸਨਲ ਕੰਮ ਦੇ ਲਈ ਉਹਨਾਂ ਨੇ ਖਰੀਦਿਆ ਹੋਇਆ। ਸੋ ਇੱਧਰ ਵੀ ਕੁਛ ਨਹੀਂ ਆਊਗਾ, ਇੱਧਰ ਦੋਨੋਂ ਸਾਈਡ ਕੁਛ ਨਹੀਂ ਆਊਗਾ। ਕੈਪੀਟਲ ਦੇ ਵਿੱਚੋਂ ਇਹ ਸਾਡਾ ਮਾਈਨਸ ਹੋ ਜਾਊਗਾ, ਕਿਉਂਕਿ ਇਹ ਕਿਸੇ ਨੇ ਆਪਦੇ ਖੁਦ ਦੇ ਪਰਸਨਲ ਕੰਮਾਂ ਦੇ ਲਈ ਯੂਜ਼ ਕੀਤਾ ਹੋਇਆ। ਸੋ ਕੈਪੀਟਲ ਦੇ ਵਿੱਚੋਂ ਇਹ ਚੀਜ਼ ਜਿਹੜੀ ਜਿਹੜੇ ਇਕਵਿਪਮੈਂਟ ਦੇ ਜਿਹੜੇ ਕਾਰ ਉਹਨਾਂ ਨੇ ਮੋਟਰਸਾਈਕਲ ਪਰਚੇਜ਼ ਕੀਤੀ ਹੈ, ਇਹ ਮਾਈਨਸ ਹੋ ਜਾਣਗੇ। ਨਵੀਂ ਸਮੀਕਰਨ ਜਿਹੜੀ ਸਾਡੇ ਕੋਲੇ ਹੁਣ ਫੇਰ ਜਿਹੜੀ ਉਹ ਕ੍ਰੀਏਟ ਹੋਊਗੀ। ਹਰ ਐਂਟਰੀ ਤੋਂ ਬਾਅਦ ਤੁਸੀਂ ਨਵੀਂ ਸਮੀਕਰਨ ਜਿਹੜੀ ਉਹ ਬਣਾਓਗੇ। 40000 ਮਾਈਨਸ ਹੋ ਕੇ ਸਾਡੇ ਕੋਲੇ 38000 ਰਹਿ ਜਾਏਗਾ, 2000 ਰਹਿ ਜਾਏਗਾ, ਫਿਰ 23000। ਦੈਨ ਕੋਈ ਇਕਵਿਪਮੈਂਟ ਸਾਡੇ ਕੋਲੇ ਹਜੇ ਵੀ ਕੋਈ ਪਰਚੇਜ਼ ਨਹੀਂ ਕੀਤਾ ਗਿਆ, ਕ੍ਰੈਡੀਟਰ ਉਨੇ ਹੀ ਹੈ, ਕੋਈ ਪੇਮੈਂਟ ਨਹੀਂ ਹੋਈ, 1000। ਔਰ ਜਦੋਂ ਤੁਸੀਂ ਮਾਈਨਸ ਕਰੋਗੇ 40000 ਤਾਂ ਸਾਡੇ ਕੋਲ ਕਿੰਨਾ ਰਹਿ ਜਾਊਗਾ, 52000, 52000। ਹੁਣ ਉਸ ਤੋਂ ਬਾਅਦ ਉਹਨਾਂ ਨੇ ਨੈਕਸਟ ਐਂਟਰੀ ਆਪਾਂ ਨੂੰ ਦਿੱਤੀ ਹੋਈ ਆ, ਜਿਹਦੇ ਵਿੱਚ ਆਪਾਂ ਨੂੰ ਉਹਨਾਂ ਨੇ ਦੱਸਿਆ ਹੋਇਆ ਕਿ ਕੁਛ ਇਕਵਿਪਮੈਂਟ ਉਹਨਾਂ ਨੇ 2500 ਦੇ ਖਰੀਦੇ ਆ। ਫਿਰ ਉਸ ਤੋਂ ਬਾਅਦ ਉਹਨਾਂ ਨੇ 3000 ਕ੍ਰੈਡੀਟਰਸ ਨੂੰ ਪੇ ਕੀਤੇ ਆ। ਹੁਣ ਜਿਹੜਾ ਉਹਨਾਂ ਨੇ ਇਕਵਿਪਮੈਂਟ ਜਿਹੜਾ ਪਰਚੇਜ਼ ਕੀਤਾ, ਤੁਸੀਂ ਉਹਦੀ ਐਂਟਰੀ ਲਿਖੋਗੇ
ਪਰਚੇਜ਼ਡ ਇਕੁਇਪਮੈਂਟ। ਹੁਣ ਇਹ ਜਿਹੜਾ ਇਕੁਇਪਮੈਂਟ ਆ ਉਹ ਕੈਸ਼ ਦੇ ਵਿੱਚੋਂ ਗਿਆ ਹੈ ਤਾਂ 2500 ਕੈਸ਼ 'ਚੋਂ ਮਾਈਨਸ ਹੋ ਜਾਊਗਾ। ਹੁਣ 2500 ਮਾਈਨਸ ਹੋ ਕੇ ਸਾਡੇ ਕੋਲੇ ਹੋਰ ਕਿਸੇ ਵੀ ਕਾਲਮ ਦੇ ਵਿੱਚ ਇਹਦੀ ਐਂਟਰੀ ਨਹੀਂ ਜਾਊਗੀ। ਸਿਰਫ ਸਾਡੇ ਕੋਲੇ ਜੋ ਇਕੁਇਪਮੈਂਟ ਵਾਲਾ ਕਾਲਮ ਅਸੀਂ ਆਲਰੇਡੀ ਬਣਾ ਚੁੱਕੇ ਹਾਂ ਇਹਦੇ ਵਿੱਚ ਐਂਟਰੀ ਜਾਊਗੀ 2500 ਦੀ, ਕਿਉਂਕਿ ਅਸੀਂ ਖੁਦ ਪਰਚੇਜ਼ ਕਰ ਚੁੱਕੇ ਹਾਂ ਉਸ ਵੈਲਿਊ ਨੂੰ। ਉਹ ਬਿਜ਼ਨਸ ਦੇ ਲਈ ਆਈ ਹੈ ਤਾਂ ਹੁਣ ਇਹ ਰਿਕਾਰਡ ਹੋ ਸਕਦੀ ਹੈ। ਪਰਸਨਲ ਯੂਜ਼ ਦੇ ਲਈ ਆਈ ਹੋਊਗੀ ਤਾਂ ਅਸੀਂ ਰਿਕਾਰਡ ਨਹੀਂ ਕਰਾਂਗੇ, ਉਹ ਸਿਰਫ ਸਾਡੀ ਕੈਪੀਟਲ ਦੇ ਵਿੱਚੋਂ ਮਾਈਨਸ ਹੋ ਜਾਏਗੀ ਜਾਂ ਕੈਸ਼ ਵਿੱਚੋਂ ਮਾਈਨਸ ਹੋ ਜਾਏਗੀ। ਹੁਣ ਜਿਹੜਾ ਸਾਡੇ ਕੋਲ ਗਿਆ ਹੈ ਵੈਲਿਊ, ਉਹ ਵੈਲਿਊ ਇੱਥੇ ਹੁਣ ਨਵੀਂ ਸਮੀਕਰਨ ਦੇ ਵਿੱਚ ਸਾਡੇ ਕੋਲ ਕੈਲਕੂਲੇਟ ਹੋ ਜਾਊਗੀ। ਨਿਊ ਇਕੁਏਸ਼ਨ ਦੇ ਵਿੱਚ ਸਾਡੇ ਕੋਲ ਹੁਣ ਜਿਹੜੀ ਰਕਮ ਆਊਗੀ ਉਹ ਆਊਗੀ 3500, 2000 ਔਰ 23000, 23,000, 2500, 10,000 और 1000, ਫਿਰ 52,000 ਯਾਨੀ ਕਿ 52,000। ਹੁਣ ਇਸ ਤੋਂ ਬਾਅਦ ਉਹਨਾਂ ਨੇ ਆਪਾਂ ਨੂੰ ਕਿਹਾ ਹੈਗਾ ਕਿ ਉਹਨਾਂ ਨੇ ਕੁਝ ਕ੍ਰੈਡੀਟਰਸ ਨੂੰ ਵੀ ਪੇ ਆਊਟ ਕੀਤਾ, ਪੇਡ ਟੂ ਕ੍ਰੈਡੀਟਰ। ਹੁਣ ਕ੍ਰੈਡੀਟਰਸ ਕੌਣ ਹੁੰਦੇ ਆ? ਜਿਨ੍ਹਾਂ ਨੂੰ ਅਸੀਂ ਪੈਸੇ ਦੇਣੇ ਹੁੰਦੇ ਆ। ਇਹ ਹੁੰਦੇ ਆ ਲੈਣਦਾਰ, ਯਾਨੀ ਕਿ ਜਿਹੜੇ ਪਰਸਨ ਨੂੰ ਅਸੀਂ ਪੈਸੇ ਖੁਦ ਦੇਣੇ ਆ। ਹੁਣ ਇੱਥੇ ਜਿਹੜੀ ਕੰਪਨੀ ਆ ਉਹਨਾਂ ਨੇ 3000 ਕੈਸ਼ ਦੇ ਵਿੱਚੋਂ ਕੱਢ ਕੇ ਕ੍ਰੈਡੀਟਰ ਨੂੰ ਦਿੱਤੇ ਆ। ਆਪਣੇ ਕ੍ਰੈਡੀਟਰ ਕਿੰਨੇ ਸੀਗੇ? 10,000 ਦੇ। 3000 ਅਸੀਂ ਕ੍ਰੈਡੀਟਰ ਨੂੰ ਦੇਤਾ, ਉਹ ਵੈਲਿਊ ਆਪਾਂ ਇੱਧਰ ਹੀ ਰਿਕਾਰਡ ਕਰ ਦਾਂਗੇ। ਕੈਸ਼ 'ਚ ਜਾਣੇ ਆ, ਇੱਧਰ ਜਾ ਕੇ ਉਹ ਉਹਨਾਂ ਦੀ ਜਿਹੜੀ ਲਾਇਬਿਲਟੀ ਆ ਉਹ ਘੱਟ ਜੂਗੀ, ਦੋਨੋਂ ਸਾਈਡ ਤੋਂ ਮਾਈਨਸ ਹੋਣੇ ਆ। ਕ੍ਰੈਡੀਟਰ ਘੱਟ ਗਏ, ਦੇਣਦਾਰੀ ਜਿਹੜੀ ਸੀਗੀ ਸਾਡੀ ਉਹ ਘੱਟ ਗਈ। ਵੀ ਅਸੀਂ ਕਿੱਥੇ 10,000 ਦੇਣਾ ਸੀ, ਹੁਣ ਉਹਦੇ ਵਿੱਚੋਂ 3 ਦੇਤਾ। ਸਾਡੇ ਕੋਲ ਹੁਣ ਕਿੰਨਾ ਬਚ ਗਿਆ? ਹੁਣ ਤਾਂ ਅਸੀਂ ਸਿਰਫ 7,000 ਹੀ ਦੇਣਾ। ਦੇਖਿਆ ਜਿਹੜੇ ਸਾਡੇ ਕੋਲ ਕ੍ਰੈਡੀਟਰਸ ਆ ਅਸੀਂ ਉਹਨਾਂ ਦੇ 7,000 ਹੀ ਦੇਣੇ ਆ। ਹੁਣ 35 ਦੇ ਵਿੱਚੋਂ 35,000 ਸੀਗੇ, ਉਹਦੇ ਵਿੱਚੋਂ ਸਾਡੇ 3,000 ਮਾਈਨਸ ਹੋ ਗਏ। 32,500 ਸਾਡੇ ਕੋਲ ਨਵੀਂ ਸਮੀਕਰਨ ਜਿਹੜੀ ਉਹ ਰਹਿ ਗਈ। 2,000 ਦਾ ਸਾਡੇ ਕੋਲ ਕੈਸ਼ ਆ ਜਿਹੜਾ, ਔਰ ਉਸ ਤੋਂ ਬਾਅਦ 23,000 ਸਾਡੇ ਕੋਲ ਕੀ ਹੈ? ਸਟਾਕ ਆ। ਇਕੁਇਪਮੈਂਟ ਸਾਡੇ ਕੋਲ 2500 ਦਾ ਹੈਗਾ ਹੈ। ਔਰ ਇਸ ਤੋਂ ਬਾਅਦ ਸਾਡੇ ਕੋਲ ਹੈਗਾ ਰੈਂਟ ਆਊਟਸਟੈਂਡਿੰਗ 1000 ਦੇ, ਔਰ 52,000 ਆ ਜਿਹੜਾ 52,000 ਆ ਜਿਹੜਾ ਸਾਡੇ ਕੋਲ ਕੀ ਹੈ? ਕੈਪੀਟਲ ਦੀ ਵੈਲਿਊ ਆ। ਨੈਕਸਟ ਆਪਾਂ ਰਿਕਾਰਡ ਕਰਾਂਗੇ 2 ਐਂਟਰੀ ਸਾਡੀਆਂ ਹੋਰ ਰਹਿ ਗਈਆਂ। ਸਾਡੇ ਕੋਲ ਲਾਸਟ 2 ਐਂਟਰੀਆਂ ਰਹਿ ਗਈਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਡੈਪਰੀਸ਼ੀਏਸ਼ਨ ਔਨ ਇਕੁਇਪਮੈਂਟ ਜੋ ਆਪਾਂ ਖਰੀਦਿਆ ਸੀ 2500 ਦਾ, ਅਤੇ ਬਿਜ਼ਨਸ ਦੇ ਖਰਚੇ ਹੈਗੇ ਆ 2000 ਦੇ। ਸੋ ਆਪਾਂ ਹੁਣ ਇਹਨਾਂ ਦੋਨਾਂ ਨੂੰ ਰਿਕਾਰਡ ਕਰਾਂਗੇ ਔਰ ਦੋਨਾਂ ਦੀ ਐਂਟਰੀਜ਼ ਨੂੰ ਦੇਖਾਂਗੇ। ਡੈਪਰੀਸੀਏਸ਼ਨ ਔਨ ਇਕੁਇਪਮੈਂਟ, ਸਾਡੇ ਕੋਲ ਜਿਹੜਾ ਇਕੁਇਪਮੈਂਟ ਸੀਗਾ 125 ਰੁਪਏ ਦਾ, ਅਸੀਂ ਉਹਦੇ 'ਤੇ ਡੈਪਰੀਸ਼ੀਏਸ਼ਨ ਚਾਰਜ ਕਰਨੀ ਆ ਤਾਂ ਉਹਦੇ ਵਿੱਚੋਂ 125 ਮਾਈਨਸ ਹੋਊਗਾ। ਬਿਜ਼ਨਸ ਦੇ ਖਰਚੇ ਆ ਤਾਂ ਕੈਪੀਟਲ ਦੇ ਵਿੱਚੋਂ ਵੀ 125 ਹੈ ਜਿਹੜਾ ਉਹ ਮਾਈਨਸ ਹੋਊਗਾ। ਸਾਡੇ ਕੋਲ ਜੋ ਪਿਛਲੇ ਵੈਲਿਊ ਸੀਗੀਆਂ ਉਹਦੇ ਵਿੱਚੋਂ ਇਹ ਦੋਨੋਂ ਮਾਈਨਸ ਹੋ ਕੇ ਸਾਡੇ ਕੋਲ ਜਿਹੜੀ ਨਿਊ ਇਕੁਏਸ਼ਨ ਆ ਉਹ ਕੈਲਕੂਲੇਟ ਹੋਊਗੀ। ਨਿਊ ਇਕੁਏਸ਼ਨ ਜਿਹੜੀ ਕੈਲਕੂਲੇਟ ਹੋਊਗੀ ਉਹਦੇ ਵਿੱਚ ਹੁਣ ਸਾਡੇ ਕੋਲ ਕੈਸ਼ ਬਚਿਆ ਸੀਗਾ 32,500, 2000 ਜਿਹੜਾ ਰੈਂਟ ਪ੍ਰੀਪੇਡ ਆ, 23,000 ਸਾਡੇ ਕੋਲ ਸਟਾਕ ਆ, ਅਤੇ ਜਿਹੜਾ ਹੁਣ ਸਾਡੇ ਕੋਲ ਇਕੁਇਪਮੈਂਟ ਸੀਗਾ 2500 ਦਾ ਸੀਗਾ, ਉਹਦੇ ਵਿੱਚੋਂ ਅਸੀਂ 125 ਹੁਣ ਮਾਈਨਸ ਕਰ ਦਾਂਗੇ। ਸਾਡੇ ਕੋਲ ਬਚੂਗੀ 23,75। ਕ੍ਰੈਡੀਟਰ ਸਾਡੇ ਕੋਲ ਹੈਗੇ ਆ 7,000 ਦੇ। ਆਊਟਸਟੈਂਡਿੰਗ ਦੀ ਵੈਲਿਊ ਸਾਡੇ ਕੋਲ 1000 ਜਿਹੜੀ ਉਹ ਹੈਗੀ ਹੈ। 2500 ਜਿਹੜਾ ਕੈਪੀਟਲ 'ਚੋਂ ਮਾਈਨਸ ਹੋਣ ਤੋਂ ਬਾਅਦ ਸਾਡੇ ਕੋਲ ਜਿਹੜੀ ਕੈਪੀਟਲ ਦੀ ਵੈਲਿਊ ਬਚੂਗੀ ਉਹ 51,875 ਰਹਿ ਜਾਏਗੀ, ਕਿਉਂਕਿ ਉੱਧਰ ਸਾਡੇ ਕੋਲ ਵੈਲਿਊ ਸੀਗੀ 52,000। ਹੁਣ ਸਾਡੇ ਕੋਲ ਕੀ ਹੈ? ਲਾਸਟ ਐਂਟਰੀ ਜਿਹੜੀ ਰਹਿ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਬਿਜ਼ਨਸ ਦੇ ਐਕਸਪੈਂਸਿਸ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਬਿਜ਼ਨਸ ਦੇ ਜਿਹੜੇ ਐਕਸਪੈਂਸਿਸ ਆ ਉਹ ਪੇ ਕੀਤੇ ਆ। ਕੁਛ 2000 ਦੇ ਖਰਚੇ ਜਿਹੜੇ ਉਹਨਾਂ ਨੇ ਬਿਜ਼ਨਸ ਦੇ ਪੇ ਕੀਤੇ ਆ। ਸੋ 2000 ਕੈਸ਼ 'ਚੋਂ ਜਾਊਗਾ, ਅਤੇ ਜੋ ਖਰਚੇ ਬਿਜ਼ਨਸ ਦੇ ਆ ਓਬਵੀਅਸ ਆ ਵੀ ਉਹ ਕੈਪੀਟਲ ਦਾ ਹਿੱਸਾ ਹੈ, ਤਾਂ ਦੂਸਰੀ ਸਾਈਡ ਉਹ ਕੈਪੀਟਲ ਦੇ ਵਿੱਚੋਂ ਮਾਈਨਸ ਹੋ ਜਾਣੇ ਆ। ਬਾਕੀ ਦੇ ਕਿਸੇ ਕਾਲਮ ਦੇ ਵਿੱਚ ਕੋਈ ਐਂਟਰੀ ਦਾ ਰਿਕਾਰਡ ਨਹੀਂ ਆਊਗਾ। ਹੁਣ ਸਾਡੇ ਕੋਲ ਜਿਹੜੀ ਲਾਸਟ 'ਤੇ ਇਕੁਏਸ਼ਨ ਬਣਨੀ ਆ ਉਹਨੂੰ ਅਸੀਂ ਬੋਲਦੇ ਹਾਂ ਫਾਈਨਲ ਇਕੁਏਸ਼ਨ। ਆਖਰੀ ਜਿਹੜੀ ਸਮੀਕਰਨ ਆ ਉਹ ਸਾਡੇ ਕੋਲ ਹੁਣ ਕੋਈ ਜਿਹੜੀ ਆਊਗੀ ਉਹਨੂੰ ਅਸੀਂ ਬੋਲਾਂਗੇ ਫਾਈਨਲ ਇਕੁਏਸ਼ਨ। ਇਹ ਸਾਡੇ ਕੁਐਸਚਨ ਦਾ ਲਾਸਟ ਹੋਏਗਾ ਔਰ ਇਹ ਆਨਸਰ ਹੋਏਗਾ। ਹੁਣ 32,500 ਦੇ ਵਿੱਚੋਂ 2000 ਗਿਆ, 30,500 ਸਾਡੇ ਕੋਲ ਕੈਸ਼ ਰਹਿ ਗਿਆ, ਔਰ ਰੈਂਟ ਪ੍ਰੀਪੇਡ ਕਿੰਨਾ ਹੋ ਗਿਆ 2000, 23,000 ਸਾਡੇ ਕੋਲ ਇਸ ਟਾਈਮ 'ਤੇ ਆਖਰ 'ਤੇ ਬਿਲਕੁਲ ਜਦੋਂ ਆਪਾਂ ਕੈਲਕੂਲੇਸ਼ਨਸ ਬੰਦ ਕਰਨੀ ਆ ਸਟਾਕ ਸਾਡੇ ਕੋਲ 23,000 ਦਾ ਬਚਿਆ, ਅਤੇ 23,75 ਸਾਡੇ ਕੋਲ ਇਕੁਇਪਮੈਂਟ 23,75 ਦੀ ਕੀਮਤ ਦਾ ਸਾਡੇ ਕੋਲ ਇੱਕ ਇਕੁਇਪਮੈਂਟ ਹੈਗਾ ਸਾਧਨ। 7,000 ਸਾਡਾ ਕ੍ਰੈਡੀਟਰ ਨੂੰ ਦੇਣ ਵਾਲਾ ਹੈ,
1000 ਸਾਡੇ ਆਊਟਸਟੈਂਡਿੰਗ ਖੜੇ ਆ ਅਤੇ ਸਾਡੇ ਕੋਲੇ ਜਿਹੜੇ ਕੈਪੀਟਲ ਆ ਉਹ ਸਾਡੇ ਕੋਲੇ ਹੋ ਜੂਗੀ 49875। ਸੋ ਇਹ ਸਾਡਾ ਜਿਹੜਾ ਕੁਐਸਚਨ ਆ ਉਹ ਕੰਪਲੀਟ ਹੁੰਦਾ ਹੈ। ਆਈ ਹੋਪ ਕਿ ਤੁਹਾਨੂੰ ਇਹ ਸਾਰਿਆਂ ਨੂੰ ਸਮਝ ਆਇਆ ਹੋਊਗਾ। ਅਗਰ ਕਿਸੇ ਨੂੰ ਕੋਈ ਕਿਸੇ ਵੀ ਟੌਪਿਕ ਜਾਂ ਕੰਸੈਪਟ ਦੇ ਵਿੱਚ ਡਾਊਟ ਆ ਤਾਂ ਕਲੀਅਰ ਕਰ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।